ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖੋਜ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ। ਸਭ ਨੂੰ ਜੀ ਆਇਆਂ ਜੀ। ਆਓ ਅਸੀਂ ਸਾਰੇ ਮਿਲ ਕੇ ਪਹਿਲਾ ਸ਼ਬਦ ਦਾ ਉਚਾਰਨ ਤੇ ਉਸ ਤੋਂ ਉਪਰੰਤ ਉਸ ਦੇ ਅਰਥ ਕਰਾਂਗੇ। ਅੱਜ ਗੌੜੀ 52 ਅੱਖਰੀ ਮਹੱਲੇ ਪੰਜਵੇਂ ਦੇ 40ਵੇਂ ਸਲੋਕ ਤੇ 40ਵੀਂ ਪੌੜੀ ਦੀ ਵਾਰੀ ਹੈ ਜੀ। ਗੌੜੀ 52 ਅੱਖਰੀ ਮਹੱਲਾ ਪੰਜਵਾਂ ਸਲੋਕ। ਪੈ ਪੰਜਨ ਅਗ ਦੁਖ ਨਾਸ, ਮਨੇ ਅਰਾਧ ਹਰੇ। ਸੰਤ ਸੰਗ ਜੇ ਰਿਦ ਬਸਿਓ, ਨਾਨਕ ਤੇ ਨਾ ਭ੍ਰਮੇ ਪੌੜੀ। ਪੈ ਪੰਜਨ ਅਗ ਦੁਖ ਨਾਸ, ਮਨੇ ਅਰਾਧ ਹਰੇ। ਸੰਤ ਸੰਗ ਜੈ ਰਿਦ ਬਸਿਓ, ਨਾਨਕ ਤੇ ਨਾ ਭਰਮੇ ਪੌੜੀ। ਪੱਬਾ ਭਰਮ ਮਿਟਾਵੋ ਆਪਣਾ, ਯਾ ਸੰਸਾਰ ਸਗਲ ਹੈ ਸੁਪਨਾ। ਭਰਮੇ ਸੁਰ ਨਰ ਦੇਵੀ ਦੇਵਾ, ਭਰਮੇ ਸਿਧ ਸਾਧਕ ਬ੍ਰਹਮੇਵਾ। ਪਰਮ ਪਰਮ ਮਾਨੋ ਡੈਕਾਏ, ਧਤੁਰ ਮਹਾ ਬਿਖ ਏ ਮਾਏ। ਗੁਰਮੁਖ ਭਰਮ ਭੈ ਮੋਹ ਮਿਟਾਇਆ, ਨਾਨਕ ਤੈਂ ਪਰਮ ਸੁਖ ਪਾਇਆ। ਗੁਰਮੁਖ ਭਰਮ ਭੈ ਮੋਹ ਮਿਟਾਇਆ, ਨਾਨਕ ਤੈਂ ਪਰਮ ਸੁਖ ਪਾਇਆ। ਇਸ ਸ਼ਬਦ ਵਿੱਚ ਗੁਰੂ ਜੀ ਕਹਿੰਦੇ ਹਨ ਕਿ ਗੁਰਮੁਖੋ ਭੈ ਪੰਜਨ ਅਗ ਦੁਖ ਨਾਸੇ। ਭਾਵ ਭੈ ਦੀ ਭਾਵਨਾ ਨੂੰ ਖਤਮ ਕਰਨ ਵਾਲੇ, ਮਨੋ ਅਰਾਧ ਹਰੇ, ਪਾਪਾਂ ਅਤੇ ਦੁੱਖਾਂ ਨੂੰ ਨਸ਼ਟ ਕਰਨ ਵਾਲੇ ਪਰਮੇਸ਼ਰ ਹਰ ਦੇ ਗੁਰਸ਼ਬਦ ਗੁਰਬਾਣੀ ਨਾਮ ਨੂੰ ਮਨੋ ਅਰਾਧ ਹਰੇ। ਭਾਵ ਆਪਣੇ ਮਨ ਵਿੱਚ ਅਰਾਧੋ ਜੀ, ਸਿਮਰੋ ਜੀ। ਫਿਰ ਗੁਰੂ ਜੀ ਕਹਿੰਦੇ ਹਨ ਗੁਰਮੁਖੋ ਗੁਰਸ਼ਬਦ ਗੁਰਬਾਣੀ ਨਾਮ ਨੂੰ ਮਨ ਵਿੱਚ ਧਾਰ ਕੇ ਤੇ ਹੋਰ ਗੁਰਮੁਖਾਂ ਦੀ ਸਾਧ ਸੰਗਤ ਵਿੱਚ ਬੈਠ ਕੇ ਗੁਰਸ਼ਬਦ ਗੁਰਬਾਣੀ ਨਾਮ ਨੂੰ ਸਿਮਰੋ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਜਿਨ੍ਹਾਂ ਦੇ ਹਿਰਦੇ ਵਿੱਚ ਗੁਰਸ਼ਬਦ ਗੁਰਬਾਣੀ ਨਾਮ ਰੂਪ ਪਰਮੇਸ਼ਰ ਵਸਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਉਹ ਗੁਰਮੁਖ ਮਾਇਆਵੀ ਵਿਕਾਰਾਂ ਦੀ ਭਟਕਣਾ ਵਿੱਚ ਨਹੀਂ ਪੈਂਦੇ। ਜਿਸ ਤਰ੍ਹਾਂ ਇਸ ਸ਼ਬਦ ਦੀ ਇਸ ਪੰਕਤੀ ਵਿੱਚ ਗੁਰੂ ਜੀ ਕਹਿੰਦੇ ਹਨ ਸਤਸੰਗ ਜੇ ਹਿਰਦੇ ਵਸਿਓ, ਨਾਨਕ ਤੇ ਨਾ ਭਰਮੇ। ਭਾਵ ਉਹ ਮੋਹ ਮਾਇਆਵੀ ਵਿਕਾਰਾਂ ਦੀ ਭਟਕਣਾ ਵਿੱਚ ਨਹੀਂ ਪੈਂਦੇ ਜੀ। ਫਿਰ ਗੁਰੂ ਜੀ ਕਹਿੰਦੇ ਹਨ ਪੱਬੇ ਅੱਖਰ ਅਨੁਸਾਰ ਗੁਰਮੁਖੋ ਭਰਮ ਮਿਟਾਵੋ ਆਪਣਾ। ਭਾਵ ਤੁਸੀਂ ਆਪਣੇ ਭਰਮ ਗੁਰਸ਼ਬਦ ਗੁਰਬਾਣੀ ਨਾਮ ਨੂੰ ਅਰਾਧ ਕੇ ਮਿਟਾ ਦਿਓ ਜੀ, ਖਤਮ ਕਰ ਦਿਓ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿਉਂਕਿ ਇਹ ਸੰਸਾਰ ਸਗਲ ਹੈ ਸੁਪਨਾ। ਕਿਉਂਕਿ ਇਹ ਸਾਰਾ ਸੰਸਾਰ ਇੱਕ ਸੁਪਨੇ ਮਾਤਰ ਹੈ ਜੀ, ਸੁਪਨੇ ਦੀ ਨਿਆਈ ਹੀ ਹੈ ਜੀ। ਇਹ ਜ਼ਿੰਦਗੀ ਵੀ ਇੱਕ ਸੁਪਨਾ ਹੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਮਾਇਆਵੀ ਬੰਧਨਾਂ ਕਰਕੇ ਕਈ ਦੇਵ ਮਨੁੱਖ, ਦੇਵੀ ਦੇਵਤੇ, ਸਿੱਧ ਭਰਮੇ ਹੋਏ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਇਸ ਮਾਇਆ ਨੇ ਅਨੇਕ ਮਨੁੱਖਾਂ ਨੂੰ ਭਰਮਾ ਕੇ ਛਲਿਆ ਹੋਇਆ ਹੈ ਜੀ। ਪਰਮ ਪਰਮ ਮਾਨੋ ਡੈਕਾਏ, ਦੁੱਤਰ ਮਹਾ ਬਿਖ ਏ ਮਾਏ। ਭਾਵ ਭਰਮਾ ਆਪਣੀ ਮਾਇਆ ਵਿੱਚ ਭਰਮਾ ਕੇ ਛਲਿਆ ਹੋਇਆ ਹੈ ਜੀ। ਭਾਵ ਫਸਾਇਆ ਹੋਇਆ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਮਾਇਆ ਰੂਪ ਇਸ ਭਿਆਨਕ ਸਮੁੰਦਰ ਨੂੰ ਤਰਨਾ ਬਹੁਤ ਹੀ ਔਖਾ ਹੈ ਜੀ। ਭਾਵ ਮਾਇਆਵੀ ਵਿਕਾਰ ਕਾਬੂ ਵਿੱਚ ਪਾਉਣਾ ਬਹੁਤ ਖਤਮ ਕਰਨਾ ਬਹੁਤ ਮੁਸ਼ਕਿਲ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਜੋ ਗੁਰਮੁਖ
ਗੁਰਸ਼ਬਦ ਗੁਰਬਾਣੀ ਨਾਮ ਨੂੰ ਆਰਾਧ ਕੇ ਮਨ ਵਿੱਚ ਵਸਾ ਕੇ ਅਤੇ ਹੋਰ ਗੁਰਮੁਖ ਦੀ ਸਾਧ ਸੰਗਤ ਵਿੱਚ ਬੈਠ ਕੇ ਗੁਰਸ਼ਬਦ ਗੁਰਬਾਣੀ ਨਾਮ ਦੇ ਗੁਣ ਗਾਨ ਕਰਦੇ ਹਨ ਜੀ, ਸਿਮਰਦੇ ਹਨ ਜੀ, ਉਹ ਗੁਰਮੁਖ ਆਪਣੇ ਮਾਇਆਵੀ ਭਰਮ ਦੇ ਭੈ ਅਤੇ ਮੋਹ ਮਿਟਾ ਲੈਂਦੇ ਹਨ ਜੀ, ਖਤਮ ਕਰ ਲੈਂਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਉਹਨਾਂ ਨੇ ਗੁਰਮੁਖਾਂ ਨੇ ਇਸ ਤਰ੍ਹਾਂ ਪਰਮ ਸੁੱਖ ਪ੍ਰਾਪਤ ਕਰ ਲਿਆ ਹੈ ਜੀ। ਪਰਮ ਸੁੱਖ ਪਾਇਆ ਨਾਨਕ ਤੈ ਪਰਮ ਸੁੱਖ ਪਾਇਆ, ਭਾਵ ਉਹਨਾਂ ਗੁਰਮੁਖਾਂ ਨੇ ਪਰਮ ਸੁੱਖ ਨੂੰ ਪ੍ਰਾਪਤ ਕਰ ਲਿਆ ਹੈ ਜੀ। ਸਾਰੇ ਮਾਇਆਵੀ ਵਿਕਾਰਾਂ ਨੂੰ ਖਤਮ ਕਰਕੇ। ਕਿਸ ਤਰ੍ਹਾਂ ਜੀ? ਗੁਰਸ਼ਬਦ ਗੁਰਬਾਣੀ ਨਾਮ ਨੂੰ ਮਨੋਂ ਆਰਾਧ ਕੇ ਅਤੇ ਸਾਧ ਸੰਗਤ ਵਿੱਚ ਬੈਠ ਕੇ ਗੁਰਸ਼ਬਦ ਗੁਰਬਾਣੀ ਨਾਮ ਦੇ ਗੁਣ ਗਾਨ ਕਰਨ ਉਹਨਾਂ ਨੇ ਆਪਣੇ ਸਾਰੇ ਮਾਇਆਵੀ ਭਰਮ ਮੋਹ ਖਤਮ ਕਰ ਲਏ ਹਨ ਜੀ। ਇਸ ਸ਼ਬਦ ਦਾ ਸਾਰ ਇਸ ਤਰ੍ਹਾਂ ਕਰੀਏ ਜੀ। ਇਸ ਸ਼ਬਦ ਵਿੱਚ ਗੁਰੂ ਜੀ ਕਹਿੰਦੇ ਹਨ, ਜੋ ਗੁਰਮੁਖ ਗੁਰਸ਼ਬਦ ਗੁਰਬਾਣੀ ਨਾਮ ਨੂੰ ਆਪਣੇ ਅੰਦਰ ਵਸਾ ਕੇ ਅਤੇ ਹੋਰ ਗੁਰਮੁਖਾਂ ਦੀ ਸਾਧ ਸੰਗਤ ਵਿੱਚ ਬੈਠ ਕੇ ਗੁਰਸ਼ਬਦ ਗੁਰਬਾਣੀ ਨਾਮ ਨੂੰ ਸਿਮਰਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਉਹ ਗੁਰਮੁਖਾਂ ਦੇ ਉਹ ਗੁਰਮੁਖ ਮਾਇਆਵੀ ਭਰਮਾਂ ਵਿੱਚ ਨਹੀਂ ਪੈਂਦੇ ਜੀ। ਫਿਰ ਗੁਰੂ ਜੀ ਕਹਿੰਦੇ ਹਨ ਗੁਰਮੁਖੋ ਇਹ ਸੰਸਾਰ ਨਾਸ਼ਵਾਨ ਹੈ ਜੀ। ਸੁਪਨੇ ਦੀ ਨਿਆਈ ਭਾਵ ਇਹ ਨਾਸ਼ਵਾਨ ਹੈ। ਇਹ ਇਸ ਤਰ੍ਹਾਂ ਹੀ ਹੈ ਜਿਸ ਤਰ੍ਹਾਂ ਇੱਕ ਸੁਪਨਾ ਹੈ ਜੀ। ਜਦੋਂ ਅੱਖ ਖੁੱਲ੍ਹੇ ਤੇ ਉਹ ਸੱਚ ਨਹੀਂ ਹੁੰਦਾ ਜੀ। ਫਿਰ ਗੁਰੂ ਜੀ ਕਹਿੰਦੇ ਹਨ ਇਸ ਲਈ ਮਾਇਆਵੀ ਬੰਧਨ ਸਿਰਫ ਗੁਰਸ਼ਬਦ ਗੁਰਬਾਣੀ ਨਾਮ ਤੇ ਧਾਰਨ ਨਾਲ ਹੀ ਖਤਮ ਹੋ ਸਕਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿਉਂਕਿ ਕਈ ਇਹ ਮਾਇਆਵੀ ਵਿਕਾਰਾਂ ਵਿੱਚ ਕਈ ਦੇਵੀ ਦੇਵਤੇ ਅਤੇ ਹੋਰ ਬੜੇ ਹੀ ਇਸ ਮਾਇਆ ਦੁਆਰਾ ਚਲੇ ਗਏ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿਉਂਕਿ ਇਹਨਾਂ ਮਾਇਆਵੀ ਭਰਮਾਂ ਵਿੱਚ ਗਰਸੇ ਹੋਏ ਹੋਣ ਕਰਕੇ ਤੁਸੀਂ ਇਸ ਸੰਸਾਰ ਭਾਵ ਸਾਗਰ ਨੂੰ ਨਹੀਂ ਤਰ ਸਕਦੇ ਜੀ। ਫਿਰ ਗੁਰੂ ਜੀ ਕਹਿੰਦੇ ਹਨ ਜੋ ਗੁਰਮੁਖ ਗੁਰੂਆਂ ਦੀ ਸਿੱਖਿਆ ਕੀ ਹੈ ਜੀ? ਸਾਨੂੰ ਗੁਰਬਾਣੀ। ਔਰ ਗੁਰਬਾਣੀ ਵਿੱਚ ਕੀ ਹੈ ਜੀ? ਗੁਰੂਆਂ ਦੇ ਦੱਸੇ ਹੋਏ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਆਪਣੇ ਮਾਇਆਵੀ ਭਰਮ ਮਿਟਾਉਂਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਉਹ ਗੁਰਮੁਖ ਸ੍ਰੇਸ਼ਟ ਸੁੱਖ ਪ੍ਰਾਪਤ ਕਰਨ ਦੇ ਅਧਿਕਾਰੀ ਬਣ ਜਾਂਦੇ ਹਨ ਜੀ ਅਤੇ ਉਹ ਪਰਮ ਸੁੱਖ ਪ੍ਰਾਪਤ ਕਰਦੇ ਹਨ ਜੀ। ਜਿਸ ਤਰ੍ਹਾਂ ਇਸ ਸ਼ਬਦ ਦੀਆਂ ਇਹਨਾਂ ਪੰਕਤੀਆਂ 'ਚ ਗੁਰੂ ਜੀ ਦੱਸੇ ਹਨ, ਗੁਰਮੁਖ ਭਰਮ ਭੈ ਮੋਹ ਮਿਟਾਇਆ, ਨਾਨਕ ਤੇ ਪਰਮ ਸੁਖ ਪਾਇਆ। ਗੁਰਮੁਖ ਭਰਮ ਭੈ ਮੋਹ ਮਿਟਾਇਆ, ਨਾਨਕ ਤੇ ਪਰਮ ਸੁਖ ਪਾਇਆ। ਅੱਜ ਦਾ ਵਿਚਾਰ ਕਰਦਿਆਂ ਮੇਰੇ ਕੋਲ ਅਨੇਕਾਂ ਭੁੱਲਾਂ ਹੋਈਆਂ ਹੋਣਗੀਆਂ, ਉਸ ਵਾਸਤੇ ਮੈਂ ਖਿਮਾ ਦੀ ਜਾਚਕ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।